गुड मॉर्निंग स्टूडेंट्स। ਅੱਜ ਆਪਾਂ ਟੌਪਿਕ ਜਿਹੜਾ ਪਿਛਲੇ ਲੈਕਚਰ 'ਚ ਸ਼ੁਰੂ ਕੀਤਾ ਸੀ ਡਿਡਕਸ਼ਨਸ ਆਊਟ ਆਫ ਗ੍ਰੋਸ ਟੋਟਲ ਇਨਕਮ, ਉਹਦੇ ਨਾਲ ਰਿਲੇਟਡ ਹੀ ਅੱਗੇ ਸਟੈਪਸ ਜਿਹੜੇ ਹੈ ਉਹ ਅਸੀਂ ਕਰਨ ਜਾ ਰਹੇ ਹਾਂ। ਡਿਡਕਸ਼ਨ ਆਊਟ ਆਫ ਗ੍ਰੋਸ ਟੋਟਲ ਇਨਕਮ ਆਪਣਾ ਟੌਪਿਕ, ਇਹਦੇ ਵਿੱਚ ਅਸੀਂ ਦੋ ਡਿਡਕਸ਼ਨਸ ਜਿਹੜੀਆਂ ਹੈ ਪਹਿਲੇ ਡਿਸਕਸ ਕੀਤੀਆਂ ਸੀਗੀਆਂ। ਉਹ ਕਿਹੜੀਆਂ ਸੀਗੀਆਂ? डिडक्शन इन रिस्पेक्ट ऑफ सर्टेन पेमेंट्स, दो कैटेगरीज हैं, डिडक्शन आउट ऑफ डिडक्शन इन रिस्पेक्ट ऑफ सर्टेन पेमेंट्स एंड डिडक्शन इन रिस्पेक्ट ऑफ इनकम्स। देन फर्स्ट पार्ट ਅਸੀਂ ਕੀਤਾ ਸੀ डिडक्शन इन रिस्पेक्ट ऑफ सर्टेन पेमेंट्स, ਉਹਦੇ ਵਿੱਚ ਦੋ ਪਾਰਟ ਅਸੀਂ ਡਿਸਕਸ ਕਰ ਲਏ ਸੀਗੇ। डिडक्शन रिगार्डिंग अप्रूव्ड सेविंग्स इन प्रोविडेंट फंड, लाइफ इंश्योरेंस प्रीमियम एक्स्ट्रा सेक्शन 80C एंड डिडक्शन इन रिस्पेक्ट ऑफ कंट्रीब्यूशन टू पेंशन फंड सेक्शन 80CCC। इस तो बाद ਅਸੀਂ ਅੱਗੇ ਕਰਨ ਜਾ ਰਹੇ ਹਾਂ। then next deduction is deduction in respect of contribution to national pension scheme of central government or any other employer section 80CCD। बेटा ਜਿਹੜੇ गवर्नमेंट एम्प्लॉइज है, ठीक है, या अदर एम्प्लॉयर्स ने भी ਇਹ ਸਕੀਮ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਸ਼ੁਰੂ ਕਰਤਾ ਹੈ। ਪਹਿਲੇ ਉਹਨਾਂ ਨੂੰ ਸਰਕਾਰੀ ਪੈਨਸ਼ਨ ਲੱਗਦੀ ਹੁੰਦੀ ਸੀ ਰਿਟਾਇਰਮੈਂਟ ਤੋਂ ਬਾਅਦ, ਤਾਂ 1/1/2004 ਤੋਂ ਬਾਅਦ ਅਪਾਇੰਟ ਹੋਣ ਵਾਲੇ ਸਾਰੇ ਇੰਪਲੋਈਜ਼ ਵਾਸਤੇ ਗਵਰਨਮੈਂਟ ਨੇ ਨਿਊ ਪੈਨਸ਼ਨ ਸਕੀਮ ਸ਼ੁਰੂ ਕਰਤੀ ਹੈ। ਇਹ ਕੰਟਰੀਬਿਊਟਿਵ ਪੈਨਸ਼ਨ ਸਕੀਮ ਹੈ। ਇਹਦੇ ਵਿੱਚ ਜੋ ਫੰਡ ਕ੍ਰੀਏਟ ਹੋਏਗਾ ਰਿਟਾਇਰਮੈਂਟ ਤੋਂ ਬਾਅਦ 1/1/2004 ਤੋਂ ਬਾਅਦ ਜਿੰਨੇ ਵੀ ਗਵਰਨਮੈਂਟ ਇੰਪਲੋਈ ਅਪਾਇੰਟ ਹੋਏ ਨੇ ਉਹਨਾਂ ਸਾਰਿਆਂ ਤੇ ਇਹ ਸਕੀਮ ਲਾਗੂ ਹੁੰਦੀ ਹੈ, ਤੇ ਇਹ ਇਹਨਾਂ ਲਈ ਜਿਹੜੀ ਹੈ ਪੈਨਸ਼ਨ ਉਹਨਾਂ ਨੂੰ ਇਸ ਫੰਡ ਚੋਂ ਮਿਲੇਗੀ। ਠੀਕ ਹੈ। This deduction allowed to individual assessee employed by central government on or after 1st January 2004 or employed by any other employer or self-employed यानी ਜਿਹੜਾ ਬੰਦਾ ਆਪ ਆਪਣਾ ਬਿਜ਼ਨਸ ਕਰ ਰਿਹਾ, ਕੋਈ ਛੋਟਾ ਮੋਟਾ ਕੰਮ ਕਰ ਰਿਹਾ, ਉਹ ਵੀ ਅਗਰ ਇਹ ਪੈਨਸ਼ਨ ਸਕੀਮ ਦੇ ਵਿੱਚ ਪੈਸਾ ਕੰਟਰੀਬਿਊਟ ਕਰਦਾ ਹੈ ਤਾਂ ਉਹ ਵੀ ਡਿਡਕਸ਼ਨ ਕਲੇਮ ਕਰ ਸਕਦਾ ਹੈ। who have paid or deposited any amount in his account under notified pension scheme। notified pension scheme ਜਿਹੜੀ ਹੈ ਸੈਂਟਰਲ ਗਵਰਨਮੈਂਟ ਦੀ, ਇਹਦੇ ਅੰਡਰ ਅਕਾਊਂਟ ਖੋਲ ਕੇ ਉਹਦੇ ਵਿੱਚ ਜਿਹੜੇ ਵੀ ਪੈਸੇ ਉਹਨਾਂ ਨੇ ਜਮ੍ਹਾਂ ਕਰਾਏ ਆ ਉਹਦੀ ਡਿਡਕਸ਼ਨ ਕਲੇਮ ਕਰ ਸਕਦੇ। ਡਿਡਕਸ਼ਨ ਦੀ ਅਮਾਊਂਟ ਦੀ ਲਿਮਿਟ ਕੀ ਹੈ? Amount of deduction shall be as follows for employees own contribution। अपना contribution जेड़ा वो आप अपनी तनख्वाह चो कटवा रहे ने up to 10% of salary, it is covered under section 80CCD1। then contribution of employer up to 10% of salary, 14% in case of employer is central government। अगर employer central government है तो 14% of salary, otherwise 10% of salary जेड़ा है वो ਇਹਦੇ ਵਿੱਚ ਜਿਹੜਾ ਹੈ गिनिया जाएगा। 80CCD2 अपना कंट्रीब्यूशन 10% ऑफ सैलरी, एम्प्लॉयर का कंट्रीब्यूशन 10% ऑफ सैलरी और 14% इन केस ऑफ सेंट्रल गवर्नमेंट एम्प्लॉइज। सैलरी मींस बेसिक सैलरी प्लस डेयरनेस अलाउंस। डेयरनेस अलाउंस here full dearness allowance, not the part which is counted as a part of the salary in certain terms, certain retirement benefits, ਜਿਹਨੂੰ ਅਸੀਂ dearness pay ਵੀ ਕਹਿੰਦੇ ਆ, ਉਹ ਵਾਲਾ part ਨਹੀਂ, full DA। ਠੀਕ ਹੈ। for self employed individual, ਅਗਰ ਆਪ ਹੀ ਤੁਸੀਂ ਆਪਣਾ ਕੰਮ ਕਰ ਰਹੇ ਹੋ, ਆਪਣਾ ਤੁਹਾਡਾ ਬਿਜ਼ਨਸ ਹੈ, ਆਪਣਾ ਤੁਹਾਡਾ ਕੋਈ ਕੰਮ ਧੰਦਾ ਹੈ, ਉਹਦੇ ਵਿੱਚ ਅਗਰ ਤੁਸੀਂ ਕੰਟਰੀਬਿਊਟ ਕਰਦੇ ਹੋ ਤਾਂ ਤੁਹਾਡੀ ਗ੍ਰੋਸ ਟੋਟਲ ਇਨਕਮ ਦਾ 20% ਉਹ ਜਿਹੜਾ ਹੈ ਉਹ ਅਲਾਉਡ ਹੈ ਇਹ ਕੰਟਰੀਬਿਊਸ਼ਨ, ਔਰ ਇਹਦੀ ਡਿਡਕਸ਼ਨ ਮਿਲੇਗੀ। but this deduction is capped 80CCE ਦੇ ਵਿੱਚ 80C ਵਾਲੀਆਂ ਸਾਰੀਆਂ ਡਿਡਕਸ਼ਨ ਜਿਹੜੀਆਂ ਹੈ ਉਹ 1.5 ਲੱਖ ਤੋਂ ਵੱਧ ਨਹੀਂ ਹੋ ਸਕਦੀਆਂ, ਤਾਂ ਇਹ ਉਸੇ ਕੈਪ ਦੇ ਵਿੱਚ ਆ ਜਾਂਦੀ ਹੈ। ਹਾਲਾਂਕਿ ਆਪਾਂ 80C ਇਕੱਲੇ ਨੂੰ 1.5 ਲੱਖ ਡਿਸਕਸ ਕੀਤਾ ਸੀ ਪਰਸੋਂ, ਪਰ 80CCE ਨੇ ਕੈਪ ਲਗਾਇਆ ਹੋਇਆ ਹੈ ਵੀ ਜਿਹੜੀ ਟੋਟਲ ਡਿਡਕਸ਼ਨ ਹੈ ਉਹ 1.5 ਲੱਖ ਤੋਂ ਉੱਤੇ ਨਹੀਂ ਹੋ ਸਕਦੀ, ਪਰ ਕੁਝ ਪਾਰਟ ਨੂੰ 80CCE ਦੇ ਪਾਰਟ ਤੋਂ 1.5 ਲੱਖ ਤੋਂ ਵੱਧ ਵੀ ਗਿਣਿਆ ਜਾਂਦਾ, ਉਹ ਆਪਾਂ ਹੁਣੇ ਅੱਗੇ ਡਿਸਕਸ ਕਰਾਂਗੇ। An additional deduction under section 80CCD1B, it is out of the purview of 80CCE, up to ₹50,000 in respect of own contribution towards this scheme is allowed to individual assessee in addition to overall cap of 1,50,000। overall cap 80CCE वाला ਜਿਹੜਾ ਹੈ 1.5 ਲੱਖ, ਉਹਦੇ ਤੋਂ ਉੱਪਰ ਇਹ ਜਿਹੜੀ ਡਿਡਕਸ਼ਨ ਮਿਲੇਗੀ 50,000 ਦੀ ਐਕਸਟਰਾ। ਯਾਨੀ ਅਗਰ ਤੁਹਾਡੀ ਟੋਟਲ ਕੰਟਰੀਬਿਊਸ਼ਨ ਜਿਹੜਾ ਹੈ ਉਹ 1.5 ਲੱਖ ਤੋਂ ਉੱਪਰ ਹੈ ਤਾਂ 2 ਲੱਖ ਤੱਕ ਦਾ ਜਾ ਸਕਦਾ, 2 ਲੱਖ ਤੱਕ ਦਾ ਕੰਟਰੀਬਿਊਸ਼ਨ। ਤੇ ਅਗਰ 80C ਵਾਲੀਆਂ ਸਾਰੀਆਂ ਆਈਟਮਸ ਮਿਲਾ ਕੇ
ਤੇ ਇਹਨੂੰ ਮਿਲਾ ਕੇ ਹੈਗਾ ਤਾਂ ਉਹ ਵੀ 2 ਲੱਖ ਤੱਕ ਜਾ ਸਕਦਾ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ 50,000 ਜਿਹੜਾ ਐਡੀਸ਼ਨਲ ਵਾਲਾ ਹੈ ਸਿਰਫ ਇਸੇ ਪੈਨਸ਼ਨ ਸਕੀਮ ਵਾਲੇ ਦਾ ਹੀ ਮਿਲੇਗਾ। ਇਹ ਨਹੀਂ ਹੈ ਕਿ 80C ਵਾਲੀਆਂ ਆਈਟਮਸ ਤੁਹਾਡੀਆਂ 1,60,000 ਹੋ ਗਈਆਂ ਔਰ ਇਹ ਤੁਹਾਡਾ 40,000 ਹੈ ਤਾਂ ਤੁਸੀਂ 2 ਲੱਖ ਕਲੇਮ ਕਰ ਲੋਗੇ, ਨਹੀਂ, ਫਿਰ ਤੁਹਾਨੂੰ ਇਹ ਸਿਰਫ 40,000 ਹੀ ਮਿਲੇਗਾ, ਉਹ 1,50,000 ਦੀ ਉਧਰ ਲਿਮਿਟ ਚਲੀ ਜਾਏਗੀ। ਇਸ ਗੱਲ ਦਾ ਧਿਆਨ ਰੱਖਣਾ। ਨਾਓ ਟੋਟਲ ਡਿਡਕਸ਼ਨ ਅੰਡਰ ਸੈਕਸ਼ਨ 80CCD, ਇਸ ਸੈਕਸ਼ਨ ਦੇ ਵਿੱਚ ਟੋਟਲ ਡਿਡਕਸ਼ਨ ਕਿੰਨੀ ਬਣ ਗਈ? ਫਸਟ own contribution up to 1,50,000 under section 80CCD 1, additional deduction 50,000 under section 80CCD 1B। ਇਹ ਜਿਹੜਾ ਹੈ ਆਪਣਾ ਕੰਟਰੀਬਿਊਸ਼ਨ ਉਹਦੇ ਲਈ ਇਹ ਲਿਮਿਟ ਹੈ ਓਵਰਆਲ ਕੈਪ ਦੀ, ਪਰ ਇੰਪਲੋਇਰ ਦੇ ਕੰਟਰੀਬਿਊਸ਼ਨ ਲਈ ਜਿਹੜਾ ਹੈ ਉਹ ਐਡੀਸ਼ਨਲ ਡਿਡਕਸ਼ਨ ਹੀ ਮਿਲੇਗੀ। ਯਾਨੀ ਇੰਪਲੋਇਰ ਦਾ ਜਿੰਨਾ ਵੀ ਕੰਟਰੀਬਿਊਸ਼ਨ ਹੈ ਉਹ 1.5 ਲੱਖ ਦੇ ਕੈਪ ਤੋਂ ਬਾਹਰ ਹੈ, ਠੀਕ ਹੈ, ਔਰ ਉਹ ਲਿਮਿਟ ਜਿਹੜੀ ਹੈਗੀ ਹੈ ਵੀ 14% ਜਾਂ 10% ਆਫ ਸੈਲਰੀ, ਉੱਥੋਂ ਤੱਕ ਦਾ ਜਿੰਨਾ ਵੀ ਇੰਪਲੋਇਰ ਦਾ ਕੰਟਰੀਬਿਊਸ਼ਨ ਹੈ ਉਹ ਐਡੀਸ਼ਨਲ ਡਿਡਕਸ਼ਨ ਦੇ ਤੌਰ ਤੇ ਅਲਾਉਡ ਹੋਏਗਾ। ਐਡੀਸ਼ਨਲ ਡਿਡਕਸ਼ਨ ਇਨ ਰਿਸਪੈਕਟ ਆਫ ਇੰਪਲੋਇਰਸ ਕੰਟਰੀਬਿਊਸ਼ਨ ਅੰਡਰ ਸੈਕਸ਼ਨ 80CCD 2। ਅਮਾਉਂਟ ਰਿਸੀਵਡ ਐਟ ਦਾ ਟਾਈਮ ਆਫ ਕਲੋਜ਼ਰ, ਜਦੋਂ ਤੁਸੀਂ ਇਹ ਪੈਨਸ਼ਨ ਫੰਡ ਕਲੋਜ਼ ਕਰਦੇ ਹੋ, amount received at the time of closure or opting out of scheme is treated as income and fully taxable if treated as monthly if received as monthly pension। ਜਿਹੜਾ ਵੀ ਇਹਦੇ ਚੋਂ ਫੰਡ ਚੋਂ ਪੈਸਾ ਮਿਲੇਗਾ ਅਗਰ ਮੰਥਲੀ ਪੈਨਸ਼ਨ ਦੇ ਤੌਰ ਤੇ ਲੈ ਰਹੇ ਹੋ ਤਾਂ ਉਹ ਤਾਂ ਪੂਰਾ ਦਾ ਪੂਰਾ ਹੀ ਟੈਕਸੇਬਲ ਹੈ। if amount is partially withdrawn in lump sum, ਅਗਰ lump sum ਦੇ ਵਿੱਚ ਪੈਸੇ withdraw ਕਰਦੇ ਹੋ then 25% of such withdrawal is exempted। ਅਗਰ ਪੂਰਾ ਫੰਡ ਨਹੀਂ withdraw ਕਰਦੇ, ਘੱਟ ਵਿਡਰਾਅ ਕਰਦੇ ਹੋ ਤਾਂ 25% ਜਿਹੜਾ ਜਿੰਨਾ ਵੀ ਵਿਡਰਾਅਲ ਕੀਤਾ ਉਹਦਾ 25% ਜਿਹੜਾ ਐਗਜ਼ੈਂਪਟ ਹੋਏਗਾ, ਬਾਕੀ ਦਾ ਟੈਕਸੇਬਲ ਹੋਏਗਾ। if amount is fully withdrawn then 40% of such withdrawal is exempted। ਅਗਰ ਪੂਰਾ ਦਾ ਪੂਰਾ ਪੈਸਾ ਨਿਕਾਲ ਲੈਂਦੇ ਹੋ ਤਾਂ 40% ਉਸ ਫੰਡ ਦਾ ਜਿਹੜਾ ਹੈ ਜਿੰਨਾ ਵੀ ਪੈਸਾ ਨਿਕਲਿਆ ਉਹ ਐਗਜ਼ੈਂਪਟ ਹੈ, ਬਾਕੀ ਟੈਕਸੇਬਲ ਹੋ ਜਾਏਗਾ। if the amount is withdrawn by nominee of a deceased assessee, ਜੇ assessee ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਨੋਮੀਨੀ ਨੂੰ ਇਹ ਪੈਸਾ ਮਿਲਦਾ ਹੈ then it is fully exempted। ਨੋਮਿਨੀ ਨੂੰ ਮਿਲਣ ਵਾਲਾ ਪੈਸਾ ਜਿਹੜਾ ਹੈ ਉਹ fully exempted ਹੈ। then deduction in respect of investments made in any notified equity saving scheme 80CCE ਤੋਂ ਬਾਹਰ ਹੈ ਜੀ ਬੇਟਾ ਸੈਕਸ਼ਨ 80CCG। ਇਹਦੇ ਵਿੱਚ ਜਿਹੜਾ ਹੈ ਵੀ ਜੇ ਤੁਸੀਂ ਨੋਟੀਫਾਈਡ ਇਕੁਇਟੀ ਸਕੀਮਸ ਦੇ ਵਿੱਚ ਪੈਸਾ ਇਨਵੈਸਟ ਕਰਦੇ ਹੋ ਤਾਂ ਉਹਦੀ ਐਕਸਟਰਾ ਡਿਡਕਸ਼ਨ ਮਿਲੇਗੀ ਅਪ ਟੂ 25,000। ਪੂਰੀ ਡਿਟੇਲ ਆਪਾਂ ਗੱਲ ਕਰਦੇ ਹਾਂ। allowed to resident individual, he may be ordinary resident or not ordinary resident। ਜਦੋਂ ਅਸੀਂ resident ਕਹਿ ਦਿੰਦੇ ਹਾਂ ਤਾਂ resident may be ordinary, may be not ordinary, ਤਾਂ ਇਹ ਉਸੇ ਹਿਸਾਬ ਨਾਲ ਚੱਲੇਗਾ। the following conditions required: gross taxable income does not exceed 12 lakh in previous year। ਉਸ ਇਨਵੈਸਟਰ ਦੀ ਜਿਹੜੀ ਹੈ ਜਿਹੜਾ ਬੰਦਾ ਇਨਵੈਸਟ ਕਰ ਰਿਹਾ ਉਹਦੀ gross total income 12 ਲੱਖ ਤੋਂ ਉੱਪਰ ਨਹੀਂ ਹੋਣੀ ਚਾਹੀਦੀ। assessee is a new retail investor as specified under notified scheme। ਉਸ ਨੋਟੀਫਾਈਡ ਸਕੀਮ ਦੇ ਵਿੱਚ ਜਿਹੜਾ ਨਿਊ ਰਿਟੇਲ ਇਨਵੈਸਟਰ ਦੇ ਡਿਫਾਈਨ ਕੀਤਾ ਹੋਇਆ, ਸਪੈਸੀਫਾਈ ਕੀਤਾ ਹੋਇਆ ਅਸੈਸੀ ਉਹ ਹੋਣਾ ਚਾਹੀਦਾ। ਇਨਵੈਸਟਮੈਂਟ ਇਨ ਨੋਟੀਫਾਈਡ ਲਿਸਟਡ ਇਕੁਇਟੀ ਸ਼ੇਅਰ ਸਪੈਸੀਫਾਈਡ ਅੰਡਰ ਸਕੀਮ, ਜਿਹੜੇ ਉਸ ਸਕੀਮ ਦੇ ਅੰਡਰ ਇਕੁਇਟੀ ਸ਼ੇਅਰਸ ਹੈ ਉਹਨਾਂ ਇਕੁਇਟੀ ਸ਼ੇਅਰਸ ਦੇ ਵਿੱਚ ਹੀ ਪੈਸਾ ਇਨਵੈਸਟ ਹੋਣਾ ਚਾਹੀਦਾ। ਲੋਕ-ਇਨ ਪੀਰੀਅਡ ਆਫ 3 ਇਅਰਸ ਫਰੋਮ ਦਾ ਡੇਟ ਆਫ ਐਕੁਇਜ਼ੀਸ਼ਨ, ਜਦੋਂ ਤੁਸੀਂ ਸ਼ੇਅਰ ਖਰੀਦਦੇ ਹੋ 3 ਸਾਲ ਦੀ ਲੋਕ-ਇਨ ਪੀਰੀਅਡ ਹੈ, 3 ਸਾਲ ਤੋਂ ਪਹਿਲੇ ਉਹ ਵੇਚਣੇ ਨਹੀਂ ਹੈ। ਐਨੀ ਅਦਰ ਕੰਡੀਸ਼ਨ ਪ੍ਰਸਕ੍ਰਾਈਬਡ ਅੰਡਰ ਦਾ ਸਕੀਮ, ਉਸ ਤੋਂ ਇਲਾਵਾ ਜੇ ਕੋਈ ਸਕੀਮ 'ਚ ਹੋਰ ਕੋਈ ਕੰਡੀਸ਼ਨ ਹੈ ਤਾਂ ਉਹ ਵੀ ਪੂਰੀ ਹੋਣੀ ਚਾਹੀਦੀ ਹੈ। ਇਨਵੈਸਟਮੈਂਟ ਕੈਨ ਬੀ ਮੇਡ ਫॉर 3 ਕੰਸੈਕਿਊਟਿਵ ਇਅਰਸ, ਇਨਵੈਸਟਮੈਂਟ 3 ਸਾਲ ਤੱਕ ਕਰਨੀ ਹੈ। ਇਨਵੈਸਟਮੈਂਟ ਮੇਡ ਇਨ ਲਿਸਟਡ ਯੂਨਿਟਸ ਆਫ ਇਕੁਇਟੀ ਓਰੀਐਂਟਡ ਫੰਡ ਸ਼ੈਲ ਆਲਸੋ ਬੀ ਐਲੀਜੀਬਲ। ਜੇ ਇਕੁਇਟੀ ਓਰੀਐਂਟਡ ਕੋਈ ਫੰਡ ਹੈ ਔਰ ਉਹ ਫੰਡ ਐਲੀਜੀਬਲ ਹੈ ਇਹਦੇ ਵਿੱਚ ਤਾਂ ਉਸ ਫੰਡ ਦੇ ਵਿੱਚ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ, ਤਾਂ ਉਹ ਵੀ ਡਿਡਕਸ਼ਨ ਕਲੇਮ ਕਰ ਸਕਦੇ ਹੋ। ਅਮਾਊਂਟ ਆਫ ਡਿਡਕਸ਼ਨ ਇਜ਼ 50% ਆਫ ਦਾ ਅਮਾਊਂਟ ਆਫ ਇਨਵੈਸਟਮੈਂਟ or 25,000 whichever is less and available for 3 consecutive years subject to investment made during 3 previous years। अगर 3 साल ਤੁਸੀਂ ਲਗਾਤਾਰ ਇਨਵੈਸਟਮੈਂਟ ਕਰਦੇ ਹੋ ਤਾਂ ਇਹ ਡਿਡਕਸ਼ਨ 25,000 ਤੱਕ ਦੀ up to 50% of amount of investment। ਜੇ amount of investment ਤੁਹਾਡੀ 60,000 ਹੈ ਤਾਂ 30,000 ਤੇ 25,000 ਚੋਂ whichever less 25,000 ਹੋ ਜਾਏਗਾ ਤਾਂ 25,000 ਤੱਕ ਦੀ ਡਿਡਕਸ਼ਨ ਮਿਲੇਗੀ। in case assessee fails to comply with any of the above conditions, the deduction claimed earlier shall be deemed to be the income of the year in which default committed। ਜਦੋਂ ਵੀ ਇਹ ਕੰਡੀਸ਼ਨਸ ਨੂੰ ਬ੍ਰੇਕ ਕਰ ਦਿੰਦੇ ਹੋ, ਕੰਡੀਸ਼ਨ ਯਾਨੀ ਮੰਨ ਲਓ 3 ਸਾਲ ਦਾ ਲੋਕ-ਇਨ ਪੀਰੀਅਡ ਹੈ, 3 ਸਾਲ ਤੋਂ ਪਹਿਲੇ ਤੁਸੀਂ ਬ੍ਰੇਕ ਕਰਤਾ ਤਾਂ ਉਹ ਜਿੰਨਾ ਵੀ ਪੈਸਾ ਤੁਸੀਂ ਪਹਿਲੇ ਐਗਜ਼ੈਂਪਸ਼ਨ ਲਈ ਹੈ ਉਹ ਸਾਰਾ ਟੈਕਸੇਬਲ ਹੋ ਜਾਏਗਾ ਜਿਸ ਸਾਲ ਤੁਸੀਂ ਡਿਫਾਲਟ ਕੀਤਾ ਹੈ, ਅਸੈਸੀ ਨੇ ਡਿਫਾਲਟ ਕੀਤਾ ਹੈ। then next deduction is deduction in respect of medical insurance premium, preventive health checkup,
medical insurance premium, preventive health checkup, and contribution made to the central government health scheme CGHS section 80D. This deduction is available to individual and HUF, allowed for health insurance premium paid towards notified scheme. Government the notified schemes which health insurance premium pay किता ओदे वास्ते है. It is Mediclaim or any other notified scheme by any insurance company during the previous year by any mode other than cash. Payment किसी भी mode नाल किती होवे पर cash नहीं होनी चाहिए. Any other mode, any mode other than cash. Then medical insurance policy or policies of individual spouse and dependent children and contribution made to CGHS. जे तुसी medical insurance policy ਲਈ है या contribution कितना CGHS तो deduction कितना मिलेगी. Least of the following is allowed as deduction: actual premium paid or contribution made put together and preventive health checkup up to 5,000. जिन्ना तुसी premium pay कितना है या गवर्नमेंट स्कीम CGHS च कंट्रीब्यूट किया है या हेल्थ प्रिवेंटिव हेल्थ चेकअप किया है. प्रिवेंटिव हेल्थ चेकअप की लिमिट 5,000 दी है और ये सारे का टोटल और ₹25,000 विच एवर इज लेस. इन केस ऑफ सीनियर सिटीजन ₹50,000. जे असैसी खुद सीनियर सिटीजन है तो ਉਹਦੇ वास्ते लिमिट 25,000 की जगह 50,000 हो जाएगी. मेडिकल इंश्योरेंस पॉलिसी और पॉलिसीज ऑफ पेरेंट और पेरेंट्स. Least of the following is allowed as deduction: actual premium paid, contribution made, put together, and preventive health checkup. Parents may or may not be dependent upon the SSC. Parents की भी तुसी insurance ਲਈ है तो parent may dependent or may not dependent, पर ਤੁਹਾਨੂੰ ਜਿਹੜੀ deduction है ਜਿਹੜੀ वो 25,000 ਤੇ ਜੇ senior citizen वास्ते ਲਈ है तो 50,000. यानी अगर parents की insurance policy तुसी ਲਈ हुई है, ठीक है, और parent senior citizen है तो ਉਹਦੇ वास्ते 50,000 की जी है डिडक्शन मिल जाएगी. ठीक है. then next साडे कोल है मेडिकल इंश्योरेंस पॉलिसी टेकन बाय HUF. जिहड़ा आपां बेटा इंडिविजुअल की गल कीती सी, इंडिविजुअल पॉलिसी किहदी लै सकदा है? अपनी स्पाउस की, डिपेंडेंट चिल्ड्रन की, ठीक है, और पेरेंट्स की लै सकदा है इस तो बाद. ठीक है. HUF वास्ते की है डिडक्शन शैल बी the amount of premium paid in any mode other than cash on health of any member of HUF not exceeding 25,000 or 50,000 in case of senior citizens. Senior citizens वास्ते 50,000, वैसे 25,000. Note: the deduction regarding parents shall be allowed in addition to deduction available to the assessee for the medical insurance of self, spouse and children. अपनी इंश्योरेंस तो अलावा पेरेंट्स वास्ते डिडक्शन जी है वो एक्स्ट्रा तौर पर मिलेगी, अलग तो डिडक्शन होगी एक्स्ट्रा. मेडिकल एक्सपेंडिचर ऑन सीनियर सिटीजन. इफ सीनियर सिटीजन डज नॉट गेट हेल्थ इंश्योरेंस कवरेज, a maximum deduction up to 50,000 allowed regarding payments of medical expenditure. अगर सीनियर सिटीजन ਨੂੰ कोई कंपनी इंश्योरेंस कंपनी डिनाई कर ਦਿੰਦੀ ਹੈ ਵੀ ਤੁਹਾਡੀ ਤਾਂ ਏਜ ਜ਼ਿਆਦਾ ਹੋ ਗਈ, ਅਸੀਂ ਇੰਸ਼ੋਰੈਂਸ ਨਹੀਂ ਕਰ ਸਕਦੇ, ਤਾਂ ਉਹ ਮੈਡੀਕਲ ਐਕਸਪੈਂਡੀਚਰ ਦਾ ਕਲੇਮ ਕਰ ਸਕਦਾ ਵੀ ਮੇਰੇ ਤਾਂ ਮੈਡੀਕਲ ਖਰਚੇ ਹੋਏ ਨੇ 50,000 ਇਸੇ ਸੈਕਸ਼ਨ ਦੇ ਵਿੱਚ. In case one parent medically insured and other being senior citizen not insured, the aggregate deduction for medical premium and expenditure is 50,000. अगर पेरेंट्स के विचों एक जना सीनियर सिटीजन है, एक सीनियर सिटीजन नहीं है, तो टोटल डिडक्शन 50,000 की ही मिलनी है. जिदी इंश्योरेंस हो गई ਉਹਦਾ इंश्योरेंस प्रीमियम प्लस दूजे का अगर मेडिकल एक्सपेंडिचर होए है तो मेडिकल एक्सपेंडिचर मिला के 50,000 तक डिडक्शन मिलेगी. आप इलस्ट्रेशन देख रहे हैं. मिस्टर ए got medical insurance of all family members and paid premium in the previous year 2019-20 as under: first, medical insurance of self paid by check. हाँ जी, अपनी इंश्योरेंस कराई है उन्हें by check पे की है. medical premium of wife paid in cash, it is not allowed. medical insurance क्योंकि paid in cash है बेटा, paid in cash नहीं allowed. medical insurance premium of 16 years old son paid by check to a private insurance company approved by Insurance Regulatory Development Authority. IRDA वालों approved है तो ये medical claim कर सकते हो तुसी. And medical insurance medical claim premium paid on the medical insurance of his father and mother 22,000. medical premium on policy of dependent younger brother नहीं cover ਹੁੰਦਾ ਸਾਡੇ section 80D ਦੇ ਵਿੱਚ, ठीक है, सिर्फ dependent children तक है. तो ये 4,000 का तुसी क्लेम नहीं कर सकते. प्रिवेंटिव मेडिकल चेकअप ऑफ वाइफ 4,000 ये भी तुसी क्लेम कर सकते हो. प्रिवेंटिव मेडिकल चेकअप का मतलब है भी
ਵੱਡੀ ਬਿਮਾਰੀ ਤੋਂ ਬਚਣ ਵਾਸਤੇ ਜਾਂ ਚੈੱਕਅਪ ਵਾਸਤੇ ਵੀ ਅਸੀਂ ਟਾਈਮ ਟੂ ਟਾਈਮ ਚੈੱਕਅਪ ਕਰਦੇ ਹਾਂ ਕਿ ਸਾਡੀ ਕੋਈ ਵੱਡੀ ਡਿਸੀਜ਼ ਤਾਂ ਨਹੀਂ ਆ ਰਹੀ, ਠੀਕ ਹੈ, ਉਹ ਖਰਚਾ ਜਿਹੜਾ ਹੈ ਉਹ ਅਲਾउड ਹੈ, ठीक है जी। तो कैलकुलेशन ऑफ अमाउंट ऑफ डिडक्शन अंडर सेक्शन 80D, फर्स्ट मेडिकल एम प्रीमियम ऑफ सेल्फ 10,000 एक क्लेम हो जाएगा, मेडिकल एम प्रीमियम ऑफ डिपेंडेंट सन 3,000 क्लेम हो जाएगा, जेड़ा मेडिकल एम प्रीमियम वाइफ दा कैश पे किया है नॉट एलिजिबल बिकॉज इट इज पेड इन कैश, the only condition is that amount should be paid by check or any other mode other than cash। ऑनलाइन पेमेंट कर सकते हो तुसी, आजकल जी ऑनलाइन पेमेंट होती है, या ड्राफ्ट दे सकते हो, पर चेक नहीं, बेयरर चेक इज इक्वल टू कैश, नोट इट। प्रिवेंटिव मेडिकल चेकअप जिहड़ा कीता है ओदा खर्चा 4,000, टोटल पेमेंट 17,000 बनी। इस तो अलावा जिहड़ा है पेरेंट्स दी इंश्योरेंस आ, ये 4,000 17,000 ते 25,000 चो विचएवर 17,000 आ गया। उस तो बाद पेरेंट्स वास्ते एडिशनल डिडक्शन मिलनी है, पेरेंट्स दी इंश्योरेंस कराई है 22,000, तो वो 22,000 पा के टोटल जिहड़ी डिडक्शन है वो 39,000 जिहड़ी है वो क्लेम बन गई, ठीक है। ब्रदर की जी पॉलिसी है वो एलिजिबल नहीं है। Then deduction in respect of maintenance including medical treatment of dependent that is person with disability। अगर घर का कोई पर्सन डिसेबल हो गया है और वो डिपेंडेंट है असैसी ते, तो ਉਹਦੇ ਵਾਸਤੇ ਉਹ क्लेम कर सकता है, ठीक है। सैक्शन 80DD ਦੇ ਵਿੱਚ ਉਹਦੀ मेंटेनेंस ਦਾ खर्चा, ठीक है, ਜਿਹੜੇ भी पर्सन डिपेंडेंट है, चाहे ਉਹਦਾ ब्रदर है, चाहे सिस्टर है, चाहे पेरेंट्स है, चाहे बच्चे है, कोई भी डिपेंडेंट है तो ਉਹਦੇ ਵਾਸਤੇ ਇਹ क्लेम ਕੀਤੀ ਜਾ ਸਕਦੀ ਹੈ। अलाउड टू इंडिविजुअल रेजिडेंट एंड HUF, रेजिडेंट ਨੂੰ अलाउड है, इंडिविजुअल रेजिडेंट ਨੂੰ अलाउड है ਤੇ HUF ਨੂੰ अलाउड है। एक फिक्स डिडक्शन ऑफ 75,000, फिक्स डिडक्शन मिलेगी 75,000 की, और ₹1,25,000 फॉर पर्सन विद सीवियर डिसेबिलिटी। अगर पर्सन विद सीवियर डिसेबिलिटी मतलब he is more than 80% डिसेबल, बॉडी का सिर्फ 20% पार्ट एक्टिव है, 20% तो घट पार्ट एक्टिव है, बाकी बॉडी जी है वो डिसेबल्ड है, एक्टिव नहीं है या काम नहीं कर सकता बॉडी नाल उस तरह, ठीक है। तो वो डिपेंडेंट के लिए 1,25,000 की मिल जाएगी अगर 80% तो बावा, अदरवाइज जो है डिडक्शन जी है 75,000 मिलेगी। डिपेंडेंट की भी इतने डेफिनेशन 40% तो अबव डिपेंडेंट होंगे जोड़ा उन्होंने कहते हैं। Dependent means the spouse, children, parent, brother and sister of the individual or any of them, and for HUF any member of HUF। The deduction is allowed if they incurred expenditure on medical treatment or training। Deduction ताही claim कर सकते हो जे ਤੁਹਾਡਾ कोई medical expenditure हो रहा है या training ते खर्चा हो रहा है, ठीक है, of such dependent, or paid or deposit any amount under a schedule framed in this behalf by LIC or any other insurer। या तुसी इंश्योरेंस कंपनी ਨੂੰ कोई ਇਹਦੇ ਬਿਹਾਫ ਤੇ ਕੋਈ ਪੇਮੈਂਟ ਕਰਦੇ ਹੋ, ਠੀਕ ਹੈ, ਜਿਹਦੇ ਨਾਲ ਉਹਨਾਂ ਦੀ ਮੇਨਟੇਨੈਂਸ ਦਾ ਖਰਚਾ ਅੱਗੋਂ ਚੱਕਿਆ ਜਾਂਦਾ ਹੈ, ਤਾਂ ਉਹ ਜਿਹੜਾ ਹੈ ਉਹ ਕਲੇਮ ਹੋ ਸਕਦਾ ਹੈ। ਅਦਰ ਇੰਸ਼ੋਰੈਂਸ ਫॉर ਮੇਨਟੇਨੈਂਸ ਆਫ ਅ ਡਿਪੈਂਡੈਂਟ ਵਿਦ ਡਿਸੇਬਿਲਿਟੀ, the assessee claiming this deduction need to furnish a certificate issued by medical authority। हाँ जी, मेडिकल अथॉरिटी तो CMO तो चीफ मेडिकल ऑफिसर तो तुसी सर्टिफिकेट बनवाना होंदा है कि ਜਿਹੜਾ डिपेंडेंट है वो किन्ने % डिसेबल्ड है। और डिसेबल सर्टिफिकेट की कॉपी जी है वो सर्टिफिकेट जोड़ा है वो जमा कराना पैंदा है रिटर्न के नाल, अथॉरिटी इन द प्रेस्क्राइब्ड फॉर्म एंड मैनर अलॉन्ग विद रिटर्न ऑफ इनकम अंडर सैक्शन 139। जो रिटर्न ऑफ इनकम फाइल करते हैं तो ਉਹਦੇ ਵਿੱਚ ਇਹ ਨਾਲ ਜਿਹੜਾ ਹੈ ਅਟੈਚ ਕਰਕੇ ਜਮਾ ਕਰਾਣਾ ਹੁੰਦਾ ਹੈ। दिस इज ऑल अबाउट डिडक्शन इन रिस्पेक्ट ऑफ मेंटेनेंस इंक्लूडिंग द मेडिकल ट्रीटमेंट ऑफ डिपेंडेंट एट ए पर्सन विद डिसेबिलिटी। कोई भी पर्सन जो विद डिसेबिलिटी है, डिसेबल्ड है, तो ਉਹਦੀ मेंटेनेंस का खर्चा जो है इस डिडक्शन क्लेम कर सकते हो 75,000 तक या 1,25,000 तक। अगर सीवियर डिसेबिलिटी है तो 1,25,000 तक मिलेगा, ठीक है। थैंक यू ऑल अबाउट today's lecture you have listened। You can refer the book of direct tax laws by Kalyani publisher, VP God, by Professor Principal VP God, G Puri and Dr. Pooja Ghai। You can refer this book। Thank you all।